ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਾਠ 7ਵਾਂ ਮੈਮਰੀ ਯੂਨਿਟਸ ਐਂਡ ਜਨਰੇਸ਼ਨਸ ਦਾ ਦੂਜਾ ਭਾਗ ਸ਼ੁਰੂ ਕਰਾਂਗੇ। ਜਿਵੇਂ ਕਿ ਆਪਾਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਹੈ, ਮੈਮਰੀ ਕੀ ਹੈ, ਉਸ ਦੀਆਂ ਕੀ ਯੂਨਿਟਸ ਹਨ, ਉਸ ਦੀਆਂ ਕਿਸਮਾਂ, ਇੰਟਰਨਲ ਤੇ ਐਕਸਟਰਨਲ ਮੈਮਰੀ। ਪਿਛਲੀ ਵੀਡੀਓ 'ਚ ਆਪਾਂ ਰੈਮ ਦੇ ਬਾਰੇ ਪੜ੍ਹਿਆ। ਇਸ ਵੀਡੀਓ ਦੇ ਵਿੱਚ ਆਪਾਂ ਰੋਮ ਦੇ ਤੋਂ ਸਟਾਰਟ ਕਰਾਂਗੇ। ਤੁਹਾਨੂੰ ਯਾਦ ਹੋਵੇਗਾ ਮੈਮਰੀ ਦੀਆਂ ਯੂਨਿਟਸ ਬਾਰੇ, ਬਿਟਸ, ਨਿਬਲ, ਬਾਈਟ, ਕਿਲੋਬਾਈਟ ਕੀ ਹੁੰਦੀਆਂ। ਇਸੇ ਨੂੰ ਵਿਸਤਾਰ ਕਰਕੇ ਮੈਮਰੀ ਕਿਹਾ ਜਾਂਦਾ ਹੈ, ਜੋ ਕਿ ਆਪਾਂ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ। ਰੈਮ, ਐਸ ਰੈਮ, ਡੀ ਰੈਮ ਕੀ ਹੁੰਦੀ ਹੈ। ਦੈਨ रोम ਦਾ ਪੂਰਾ ਨਾਮ ਹੈ ਰੀਡ ਓਨਲੀ ਮੈਮਰੀ। वेरी इंपॉर्टेंट, रीड ओनली मैमरी मतलब जो चीज रीड की जा सके सिर्फ। ये वो मैमरी है जिस विचों सिर्फ पढ़िया जा सकता है पर इस विच लिखिया नहीं जा सकता। ये स्थाई रूप की मैमरी है। भाव ये है कि इस नूं बनाउंदे समय सूचना नूं इस विच स्थाई रूप विच भर दिता जाता। हुण इस दा की मतलब है, जदों ये चिप नूं बनाया जाता है ਤਾਂ ਉਸ ਦੇ ਵਿੱਚ ਬੇਸਿਕ ਇਨਫੋਰਮੇਸ਼ਨ ਫੀਡ ਕੀਤੀ ਜਾਂਦੀ ਹੈ, ਭਰੀ ਜਾਂਦੀ ਹੈ, ਤਾਂ ਕਿ ਜਦੋਂ ਤੁਸੀਂ ਕੰਪਿਊਟਰ ਯੂਜ਼ ਕਰਨਾ ਹੈ ਪਹਿਲੀ ਵਾਰ, ਉਸ ਦੇ ਵਿੱਚ ਕਿਸ ਤਰ੍ਹਾਂ ਦਾ ਸੌਫਟਵੇਅਰ, ਸਿਸਟਮ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ ਯੂਜ਼ ਹੋਵੇ, ਇਹ ਸਾਰਾ ਇਹ ਰੋਮ ਡਿਸਾਈਡ ਕਰਦੀ ਹੈ। ਇਹ ਹਦਾਇਤਾਂ ਨੂੰ ਸਟੋਰ ਕਰਦੀ ਹੈ ਜੋ ਕੰਪਿਊਟਰ ਚਲਾਉਣ ਵਿੱਚ ਮਦਦ ਕਰਦੀਆਂ ਹਨ। ਕੰਪਿਊਟਰ ਦੇ ਸ਼ੁਰੂ ਹੋਣ ਦੇ ਪ੍ਰੋਸੈਸ ਨੂੰ ਬੂਟਸਟ੍ਰੈਪ ਕਹਿੰਦੇ ਹਨ। ਕੰਪਿਊਟਰ ਦੇ ਸਟਾਰਟ ਹੋਣ ਦੇ ਪ੍ਰੋਸੈਸ ਨੂੰ ਕੀ ਕਹਿੰਦੇ ਹਨ? ਬੂਟਸਟ੍ਰੈਪ। ਰੋਮ ਚਿਪ ਕੇਵਲ ਕੰਪਿਊਟਰ ਵਿੱਚ ਹੀ ਨਹੀਂ ਵਰਤੇ ਜਾਂਦੇ, ਬਲਕਿ ਹੋਰ ਇਲੈਕਟ੍ਰੋਨਿਕ ਮਸ਼ੀਨਾਂ ਵਿੱਚ, ਜਿਵੇਂ ਕਿ ਵਾਸ਼ਿੰਗ ਮਸ਼ੀਨਾਂ, ਮਾਈਕ੍ਰੋਵੇਵ ਓਵਨ ਆਦਿ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਫਰਮਵੇਅਰ ਵੀ ਆਖਿਆ ਜਾਂਦਾ ਹੈ। ਫਰਮਵੇਅਰ ਮਤਲਬ ਜੋ ਫਰਮ ਹੈ। ਰੋਮ ਦੀਆਂ ਕਿਸਮਾਂ ਐਮਰੋਮ, ਪੀਰੋਮ, ईपीरोम। एमरोम की है मास्क्ड रोम। मास्क तो की मतलब ਹੁੰਦਾ ਹੈ ਕਿਸੇ ਚੀਜ਼ ਨੂੰ ਢੱਕਣ ਲਈ ਜੋ ਚੀਜ਼ ਵਰਤੀ ਜਾਂਦੀ ਹੈ। ਪਹਿਲੇ ਸਮੇਂ ਵਿੱਚ ਰੋਮ ਤਾਰਾਂ ਦੇ ਬਣੇ ਹੋਏ ਯੰਤਰ ਹੁੰਦੇ ਸਨ, ਮਤਲਬ ਤਾਰਾਂ ਦਾ ਇੱਕ ਬਣਾਇਆ ਹੋਇਆ ਡਿਵਾਈਸ ਹੁੰਦੀ ਸੀ, ਜਿਨ੍ਹਾਂ ਵਿੱਚ ਪਹਿਲਾਂ ਤੋਂ ਹੀ ਪ੍ਰੋਗਰਾਮ ਕੀਤਾ ਹੋਇਆ ਡਾਟਾ ਤੇ ਹਦਾਇਤਾਂ ਹੁੰਦੀਆਂ ਸਨ। ਇਸ ਤਰ੍ਹਾਂ ਦੀ ਰੋਮ ਨੂੰ ਮਾਸਕਡ ਰੋਮ ਕਿਹਾ ਜਾਂਦਾ ਹੈ ਅਤੇ ਇਹ ਸਸਤੀਆਂ ਹੁੰਦੀਆਂ ਸਨ, मतलब टकिया जाता सी। पीरोम प्रोग्रामेबल रीड ओनली मैमरी, मतलब इस नूं एक बारी प्रोग्राम किया जाता है। साडी प्रोग्रामेबल रीड ओनली मैमरी वो हुंदी है जो कि सिर्फ एक बार बदली जा सकती है, मतलब इस नूं प्रोग्राम किया जा सकता है एक बार सिर्फ। ये एक खाली पीरोम खरीद सकते हैं, मतलब आपां एक खाली पीरोम खरीदी, उस दे विच एक प्रोग्राम आपां डाटा उस दे विच भर सकते हैं, पर सिर्फ एक बार, दोबारा उसको मिटाया नहीं जा सकता। ईरोम, ईपीरोम कहा जाता है इरेजेबल एंड प्रोग्रामेबल रीड ओनली मैमरी, मतलब जिसनों आप मिटा सकते हाँ ते उस प्रोग्राम भी कर सकते हैं। ईपीरोम के डाटे नूं 40 मिनटां तक अल्ट्रा वायलेट किरणा मतलब यूवी रेज पाके मिटाया जा सकता है, पर सिर्फ 40 मिनट्स। इस नूं प्रोग्राम करते समय इलैक्ट्रॉनिक चार्ज की वरतों की जाती है। ये चार्ज 10 साल तो वध समय तक इस विच रह सकता है, मतलब इस चार्ज नूं मिटाउण लई अल्ट्रा वायलेट लाइट की वरतों की जाती है। जे इस दे विच जिहड़ा भी चार्ज है उस यूवी रेडिएशन नाल जदों संपर्क दे विच हुंदी है तां मिट जाती है। EEPROM इसकी फुल फॉर्म है इलैक्ट्रिकली इरेजेबल एंड प्रोग्रामेबल रीड ओनली मैमरी, मतलब तुसी इलैक्ट्रिक बिजली चार्ज दे नाल प्रोग्राम किया जाता है, बिजली दे नाल चार्ज करके इसनूं मिटाया भी जा सकता है। इसनूं लगभग 10,000 बार मिटाया ते दोबारा प्रोग्राम करने लई 4 तो 10 मिली सेकंड जिन्ना समा लगता है, मतलब मिली सेकंड छोटे सेकंड का हिस्सा।
EEPROM ਦੀ ਪੂਰੀ ਚਿਪ ਨੂੰ ਮਿਟਾਉਣ ਦੀ ਬਜਾਏ ਇਸ ਇੱਕ ਸਮੇਂ ਵਿੱਚ ਇੱਕ ਬਾਈਟ ਨੂੰ ਵੀ ਮਿਟਾਇਆ ਜਾ ਸਕਦਾ ਹੈ। ਪੂਰੀ ਮੈਮਰੀ ਦੀ ਬਜਾਏ ਇੱਕ ਬਾਈਟ ਨੂੰ ਵੀ ਮਿਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਮੁੜ ਪ੍ਰੋਗਰਾਮਿੰਗ ਕਰਨ ਦਾ ਹੌਲੀ ਤੋਂ ਕੰਮ ਆਸਾਨ ਹੋ ਜਾਂਦਾ ਹੈ। ਮਿਲੀ ਸੈਕਿੰਡ ਕਿੰਨਾ ਹੁੰਦਾ ਹੈ? 1 ਸੈਕਿੰਡ ਦਾ 1000ਵਾਂ ਹਿੱਸਾ। ਰੋਮ ਦੇ ਲਾਭ, ਹੁਣ ਇਸ ਦੇ ਲਾਭ ਕੀ ਹਨ? ਸਥਾਈ ਮੈਮਰੀ ਹੈ। ਇਹਨਾਂ ਵਿਚਾਲਾ ਡਾਟਾ ਕਿਸੇ ਦੁਰਘਟਨਾ ਵਸ ਵੀ ਨਹੀਂ ਬਦਲ ਸਕਦਾ। ਤੁਹਾਡੀ ਲਾਈਟ ਚਲੀ ਗਈ ਇੱਕਦਮ ਜਾਂ ਪੀਸੀ ਡੈਮੇਜ ਹੋ ਗਿਆ, ਇਹਦੀ ਮੈਮਰੀ ਸੇਮ ਰਹੇਗੀ। ਇਹ ਰੈਮ ਨਾਲੋਂ ਸਸਤੀ ਹੁੰਦੀ ਹੈ। ਇਹਨਾਂ ਦੀ ਪਰਖ ਕਰਨੀ ਆਸਾਨ ਹੁੰਦੀ ਹੈ। ਇਹ ਰੈਮ ਨਾਲੋਂ ਜ਼ਿਆਦਾ ਭਰੋਸੇ ਲਾਇਕ ਹੁੰਦੀਆਂ ਹਨ। ਇਹ ਸਟੈਟਿਕ ਹੁੰਦੀਆਂ ਹਨ ਅਤੇ ਇਹਨਾਂ ਨੂੰ ਰੀਫਰੈਸ਼ ਕਰਨ ਦੀ ਜ਼ਰੂਰਤ ਨਹੀਂ। ਐਕਸਟਰਨਲ ਮੈਮਰੀ, ਹੁਣ ਤੁਸੀਂ ਐਕਸਟਰਨਲ ਮੈਮਰੀ ਤੋਂ ਕੀ ਜਾਣਦੇ ਹੋ? ਜੋ ਚੀਜ਼ ਐਕਸਟਰਨਲੀ ਆਪਾਂ ਬਾਅਦ ਚ ਯੂਜ਼ ਕਰਦੇ ਹਾਂ। ਇੱਕ ਹਾਰਡ ਡਰਾਈਵ ਦੀ ਇਮੇਜ ਹੈ ਜੋ ਕਿ ਕੰਪਿਊਟਰ ਦੇ ਵਿੱਚ ਲੱਗੀ ਹੁੰਦੀ ਹੈ, ਜਿਸ ਦੇ ਵਿੱਚ ਤੁਸੀਂ ਮੈਮਰੀ ਸਾਰਾ ਡਾਟਾ ਆਪਣਾ ਸਟੋਰ ਕਰਕੇ ਰੱਖਦੇ ਹੋ। ਇਸ ਤਰ੍ਹਾਂ ਦੀ ਮੈਮਰੀ ਨੂੰ ਸੈਕੰਡਰੀ ਮੈਮਰੀ ਜਾਂ ਐਕਸਿਲਰੀ ਮੈਮਰੀ ਜਾਂ ਸਥਾਈ ਮੈਮਰੀ ਕਿਹਾ ਜਾ ਸਕਦਾ ਹੈ। ਇਹ ਮੁੱਖ ਮੈਮਰੀ ਤੋਂ ਰਫ਼ਤਾਰ ਵਿੱਚ ਹੌਲੀ ਹੁੰਦੀ ਹੈ। ਮਤਲਬ ਜਿਹੜੀ ਮੈਮਰੀ ਕੰਪਿਊਟਰ ਦੇ ਵਿੱਚ ਇੰਟਰਨਲ ਹੁੰਦੀ ਹੈ ਉਹ ਸਥਾਈ ਹੁੰਦੀ ਹੈ, ਟੈਂਪਰੇਰੀ ਹੁੰਦੀ ਹੈ, ਪਰ ਇਹ ਅਸਥਾਈ ਹੈ। ਔਰ ਇਸ ਨੂੰ ਸਥਾਈ ਮੈਮਰੀ ਵੀ ਕਿਹਾ ਜਾ ਸਕਦਾ ਹੈ, ਮਤਲਬ ਇਸ ਨੂੰ ਮੂਵ ਕੀਤਾ ਜਾ ਸਕਦਾ ਹੈ। ਇਹਨਾਂ ਮੈਮਰੀ ਨੂੰ CPU ਸਿੱਧੇ ਹੀ ਇਸਤੇਮਾਲ ਨਹੀਂ ਕਰ ਸਕਦਾ। ਤੁਸੀਂ ਪਹਿਲਾਂ ਪੜ੍ਹਿਆ ਹੈ ਕਿ ਰੋਮ ਤੇ ਰੈਮ ਦੀ ਮਦਦ ਨਾਲ ਇਸ ਮੈਮਰੀ ਦੀ ਰੀਡਿੰਗ ਹੁੰਦੀ ਹੈ। ਇਹਨਾਂ ਨੂੰ ਇਨਪੁਟ ਆਊਟਪੁੱਟ ਰੂਟੀਨਾਂ ਰਾਹੀਂ ਇਸਤੇਮਾਲ ਕੀਤਾ ਜਾਂਦਾ ਹੈ। ਸੈਕੰਡਰੀ ਮੈਮਰੀ ਵਿਚਲਾ ਡਾਟਾ ਪਹਿਲਾਂ ਮੁੱਖ ਮੈਮਰੀ ਵਿੱਚ ਭੇਜਿਆ ਜਾਂਦਾ ਹੈ ਅਤੇ ਫਿਰ CPU ਨੂੰ ਇਸਦੀ ਵਰਤ ਸਕਦਾ ਹੈ। ਉਦਾਹਰਨ ਲਈ ਹਾਰਡ ਡਿਸਕ, ਹਾਰਡ ਡਿਸਕ ਆ CD-ROM, ਜਿਹੜੀਆਂ ਆਪਾਂ ਆਮ CD ਵਰਤਦੇ ਹਾਂ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਨੂੰ ਰਿਕਾਰਡ ਕਰਨ ਲਈ, ਗਾਣੇ ਰਿਕਾਰਡ ਕਰਨ ਲਈ, DVDs ਐਕਸੈਟਰਾ, ਪੈਨ ਡਰਾਈਵਸ। ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ, ਇਹ ਮੈਗਨੈਟਿਕ ਅਤੇ ਆਪਟੀਕਲ ਮੈਮਰੀ ਹੁੰਦੀ ਹੈ। ਹੁਣ ਮੈਗਨੈਟਿਕ ਮੈਮਰੀ ਤੋਂ ਕੀ ਭਾਵ ਹੈ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿੰਨੀ ਵੀ ਤੁਹਾਡੀ ਮੈਮਰੀ ਇਲੈਕਟ੍ਰੋਨਿਕ ਮੈਮਰੀ ਯੂਜ਼ ਹੁੰਦੀ ਹੈ 0 ਐਂਡ 1 ਦੀ ਫਾਰਮ 'ਚ ਹੁੰਦੀ ਹੈ। ਇਸ ਤੇ ਮੈਮਰੀ ਸਟੋਰ ਕਰਨ ਲਈ 0 ਐਂਡ 1 ਮੈਗਨੈਟਿਕ ਸਲੌਟਸ ਹੁੰਦੇ ਹਨ। ਬੈਕਅਪ ਰੀਯੂਜ਼ੇਬਲ ਮੈਮਰੀ, ਮਤਲਬ ਇਸ ਨੂੰ ਬੈਕਅਪ ਦੇ ਤੌਰ ਤੇ ਜਾਂ ਰੀਯੂਜ਼ੇਬਲ ਮੈਮਰੀ ਦੇ ਤੌਰ ਤੇ ਵਰਤਿਆ ਸਕਦੇ ਹਾਂ, ਜਿਵੇਂ ਕਿ ਪੈਨ ਡਰਾਈਵਸ ਬਹੁਤ ਬੇਸਿਕ ਐਗਜ਼ਾਮਪਲ ਹੈ। ਸਟਿਕ ਡਰਾਈਵਸ ਇਹਨਾਂ ਨੂੰ ਕਹਿੰਦੇ ਹਨ। ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ਤੇ ਰਹਿੰਦਾ ਹੈ ਜਦੋਂ ਤੱਕ ਇਸ ਨੂੰ ਲਿਖਿਆ ਜਾਂ ਇਰੇਜ਼ ਨਾ ਕੀਤਾ ਜਾਵੇ। ਸਥਾਈ ਮੈਮਰੀ, ਹੁਣ ਇਸ ਨੂੰ ਸਥਾਈ ਮੈਮਰੀ ਕਿਉਂ ਕਹਿੰਦੇ ਹਨ? ਬਿਜਲੀ ਬੰਦ ਹੋਣ ਤੇ ਵੀ ਡਾਟਾ ਪੱਕੇ ਤੌਰ ਤੇ ਸਟੋਰ ਰਹਿੰਦਾ ਹੈ। ਜਦੋਂ ਤੁਹਾਡੀ ਲਾਈਟ ਚਲੇਗੀ, ਜਿਹੜਾ ਡਾਟਾ ਤੁਸੀਂ ਸੇਵ ਕਰ ਲਿਆ ਇੱਕ ਵਾਰੀ, ਉਹ ਹਮੇਸ਼ਾ ਇੱਥੇ ਹੀ ਰਹੇਗਾ। ਭਰੋਸੇਯੋਗ, ਸੈਕੰਡਰੀ ਸਟੋਰੇਜ ਯੰਤਰ ਦੀ ਉੱਚ ਭੌਤਿਕ ਸਥਿਰਤਾ ਕਾਰਨ ਇਹਨਾਂ ਵਿੱਚ ਡਾਟਾ ਸੁਰੱਖਿਅਤ ਰਹਿੰਦਾ ਹੈ, ਇਸੇ ਕਰਕੇ ਇਹਨਾਂ ਨੂੰ ਭਰੋਸੇਯੋਗ ਕਿਹਾ ਜਾਂਦਾ ਹੈ। ਵਰਤੋਂ ਵਿੱਚ ਆਸਾਨੀ, ਕੰਪਿਊਟਰ ਸੌਫਟਵੇਅਰ ਦੀ ਮਦਦ ਨਾਲ ਆਥੋਰਾਈਜ਼, ਜਿਨ੍ਹਾਂ ਨੂੰ ਹੱਕ ਆ, ਅਧਿਕਾਰ ਆ, ਲੋਕਾਂ ਨੂੰ ਡਾਟਾ ਜਲਦੀ ਲੱਭ ਸਕਦੇ ਹਨ। ਕੈਪੈਸਿਟੀ ਜ਼ਿਆਦਾ ਹੁੰਦੀ ਹੈ। ਕਾਸਟ, ਪ੍ਰਾਇਮਰੀ ਮੈਮਰੀ ਨਾਲੋਂ ਟੇਪ ਜਾਂ ਡਿਸਕ ਉੱਤੇ ਡਾਟਾ ਸਟੋਰ ਕਰਨਾ ਕਾਫੀ ਸਸਤਾ ਪੈਂਦਾ ਹੈ। ਕੰਪਿਊਟਰ ਸੈਕੰਡਰੀ ਮੈਮਰੀ ਤੋਂ ਬਿਨਾਂ ਸ਼ੁਰੂ ਹੋ ਸਕਦਾ ਹੈ, ਇਸ ਦੀ ਰਫ਼ਤਾਰ ਪ੍ਰਾਇਮਰੀ ਮੈਮਰੀ ਨਾਲੋਂ ਘੱਟ ਹੁੰਦੀ ਹੈ। ਹੁਣ ਇਸ ਇਮੇਜ ਦੇ ਵਿੱਚ ਜੋ ਅਗਲੀ ਇਮੇਜ ਹੈ, ਦਿਸ ਵਨ, ਆ ਇਮੇਜ ਦੇ ਵਿੱਚ ਸੈਕੰਡਰੀ ਸਟੋਰੇਜ ਡਿਵਾਈਸਿਸ ਦੀਆਂ ਅੱਗੇ ਦੱਸਿਆ ਗਿਆ ਹੈ ਕਿੰਨੀਆਂ ਨੇ? ਸੀਕੁਐਂਸ਼ੀਅਲ ਐਂਡ ਡਾਇਰੈਕਟ ਐਕਸੈਸ। ਸੀਕੁਐਂਸ਼ੀਅਲ ਦੇ ਵਿੱਚ ਮੈਗਨੈਟਿਕ ਟੇਪ ਆ ਜਾਂਦੀ ਹੈ। ਮੈਗਨੈਟਿਕ ਟੇਪ ਜਿਵੇਂ VCR, ਆਡੀਓ ਕੈਸੇਟਸ ਐਂਡ ਡਾਇਰੈਕਟ ਐਕਸੈਸ ਡਿਵਾਈਸਿਸ ਦੇ ਵਿੱਚ ਮੈਗਨੈਟਿਕ ਡਿਸਕ, ਆਪਟੀਕਲ ਡਿਸਕ, ਮੈਮਰੀ ਸਟੋਰੇਜ ਡਿਵਾਈਸਿਸ, ਫਲੋਪੀ ਡਿਸਕ, ਹਾਰਡ ਡਿਸਕ ਇਹਨਾਂ ਦੇ ਵਿੱਚ ਆ ਜਾਂਦੀਆਂ ਹਨ। ਆਪਟੀਕਲ ਡਿਸਕ ਦੇ ਵਿੱਚ CD-ROM, DVD, CDR ਐਂਡ ਦੈਨ ਮੈਮਰੀ ਸਟੋਰੇਜ ਡਿਵਾਈਸਿਸ, ਫਲੈਸ਼ ਡਰਾਈਵ ਜਿਵੇਂ ਕਿ ਪੈਨ ਡਰਾਈਵ ਜਾਂ ਮੈਮਰੀ ਕਾਰਡ।
सीक्वेंशियल मैग्नेटिक टेप, डायरेक्ट एक्सेस, फ्लॉपी ते हार्ड डिस्क, ऑप्टिकल CD DVD, मैमरी स्टोरेज, फ्लैश ड्राइव ते मैमरी कार्ड। सीक्वेंशियल एक्सेस ड्राइव्स, सीक्वेंशियल मतलब जो एक ही सीक्वेंस दे विच चलणगीਆਂ। इसे करके जो पुराने वीडियो कैसेट्स ਹੁੰਦੀਆਂ ਸੀ VCR ਵਾਲੀਆਂ, ਉਹ ਇੱਕ ਤੋਂ ਸੀਕੁਐਂਸ ਦੇ ਵਿੱਚ ਸਟਾਰਟਿੰਗ ਤੋਂ ਐਂਡ ਤੱਕ ਚੱਲਦੀਆਂ ਸੀ, ਜਾਂ ਆਡੀਓ ਕੈਸੇਟ ਜਿਹੜੀਆਂ ਤੁਸੀਂ ਗਾਣਿਆਂ ਵਾਲੀਆਂ ਕੈਸੇਟਸ ਹੁੰਦੀਆਂ ਸੀ ਉਹਨਾਂ ਨੂੰ ਸੀਕੁਐਂਸ਼ੀਅਲ ਕਹਿੰਦੇ। ਇੱਕ ਹੀ ਸੀਕੁਐਂਸ ਦੇ ਵਿੱਚ ਚੱਲਦੀਆਂ, ਇੱਕ ਹੀ ਕ੍ਰਮ ਦੇ ਵਿੱਚ, ਜਿਸ ਕ੍ਰਮ ਵਿੱਚ ਡਾਟਾ ਸਟੋਰ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਯੰਤਰ ਸੀਕੁਐਂਸ਼ੀਅਲ ਪ੍ਰੋਸੈਸਿੰਗ ਲਈ ਲਾਹੇਵੰਦ ਹੁੰਦੇ ਹਨ, ਜੋ ਕਿ ਸੀਕੁਐਂਸ ਦੇ ਵਿੱਚ ਜਿਹੜੇ ਪ੍ਰੋਸੈਸ ਆਪਾਂ ਚਲਾਉਣਾ ਚਾਹੁੰਦੇ ਹਾਂ ਉੱਥੇ ਬਹੁਤ ਫਾਇਦੇਮੰਦ ਹੁੰਦੇ ਹਨ, ਕਿਉਂਕਿ ਡਾਟਾ ਆਟੋਮੈਟਿਕਲੀ ਉਸੇ ਸੀਕੁਐਂਸ ਦੇ ਵਿੱਚ ਚਲੇਗਾ, ਉਸੇ ਰਿਕਾਰਡਾਂ ਦੀ ਜ਼ਰੂਰਤ ਪਏਗੀ। ਇਸ ਤਰ੍ਹਾਂ ਦੇ ਸਟੋਰੇਜ ਯੰਤਰਾਂ ਦੀ ਸਭ ਤੋਂ ਵਧੀਆ ਉਦਾਹਰਣ ਮੈਗਨੈਟਿਕ ਟੇਪ ਹੈ। ਟੇਪ ਦੇ ਇੱਕ ਹਿੱਸੇ ਵਿੱਚ ਜਿੰਨਾ ਡਾਟਾ ਸਟੋਰ ਕੀਤਾ ਜਾਂਦਾ ਹੈ ਉਸ ਨੂੰ ਡਾਟਾ ਸਟੋਰੇਜ ਸਮਰੱਥਾ ਕਿਹਾ ਜਾਂਦਾ ਹੈ, ਮਤਲਬ ਉਸ ਦੀ ਕੈਪੈਸਿਟੀ। ਇਸ ਨੂੰ ਬਾਈਟਸ ਪ੍ਰਤੀ ਇੰਚ BPI भी मापिया जाता है। टेप की स्टोरेज समर्था कितनी हुंदी है? डाटा रिकॉर्डिंग डेंसिटी मतलब डाटा दी घनता, मतलब वो कितना डेंस है अते वो कितनी देर तक चलता है, लंबाई। डायरेक्ट एक्सेस डिवाइसेस जिन्हां नूं डायरेक्टली एक्सेस मतलब यूज किया जा सकता है। ये डायरेक्ट प्रोसैसिंग दे कमां विच जिवें कि ऑनलाइन टिकट बुकिंग करनी, ऑनलाइन बुकिंग सिस्टम विच लाहेवंद हुंदे हन। इन्हां स्टोरेज यंत्रां विच किधरे भी किसी भी स्टोरेज लोकेशन नूं चुनिया जा सकता है, मतलब तुहानूं एक सीक्वेंस की बजाय तुसीं किसी भी टाइम उसनूं किसी भी चीज़ नूं एक्सेस कर सकते हो। मैग्नेटिक डिस्क या फिजिकल स्ट्रक्चर, मैग्नेटिक डिस्क दा फिजिकल स्ट्रक्चर की हुंदा है? डिस्क दा तल पारदर्शी सांझे केंद्र बिंदु वाले चक्कर विच वंडिया हुंदा है, इस तरह जिन्हां नूं ट्रैक कहा जाता है। हुण आ जिथे इनफॉर्मेशन आ एक ट्रैक आ, जिवें कि रेस ग्राउंड दे ट्रैक हुंदे हन, डाटा इस तरह नाल ही सेव हुंदा है। इन्हां ट्रैक्स नूं बाहर तो अंदर की तरफ लगातार नंबर दिते जाते हैं, जो कि सिर्फ 0 तो शुरू होंदे हन। इन्हां ट्रैक्स की गिनती डिस्क की समर्था अनुसार घट वध सकती है। मतलब आ देखो, then सेक्टर, ਆਪਾਂ पढ़िया है ट्रैक्स के बारे। इस दे विच सैक्टर नूं कहा गया है जो भी ट्रैक्स एंड उसनूं हिस्सिਆਂ ਵਿੱਚ ਵੰਡਣਾ, मतलब आ एक छोटा जिहा हिस्सा उसनूं सैक्टर भी कहा जाता है। आ जो इन्फॉर्मेशन है जिन्हां नूं सैक्टर कहा जाए, हरेक ट्रैक विच 8 या उस तो ਵੱਧ सैक्टर हो सकते हैं। एक सैक्टर विच 512 बाइट्स को स्टोर करने की समर्था होती है। एक डिस्क की स्टोरेज समर्था नूं हेठ लिखे फॉर्मूले राही कैलकुलेट किया जा सकता है। स्टोरेज समर्था हुण कितनी हुंदी है? कितनी है मतलब कुल तलां दी गिनती, कुल ट्रैक्स प्रति तल, मतलब एक तल दे विच कितने ट्रैक्स हन, कुल सैक्टर प्रति ट्रैक, एक ट्रैक दे विच कितने सैक्टर हन, कुल बाइट्स प्रति सैक्टर, मतलब इन्हां सारिਆਂ ਨੂੰ गुणा करोगे ਤਾਂ ਹੀ ਉਹਦੀ ਸਟੋਰੇਜ ਦਾ ਪਤਾ ਲੱਗੇਗਾ। ਹੁਣ ਕੰਪਿਊਟਰ ਦੀਆਂ ਜਨਰੇਸ਼ਨ ਤੋਂ ਕੀ ਹੁੰਦਾ ਹੈ ਭਾਵ, मतलब ਜਦੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਜਾਂ ਨਵੀਂ ਚੀਜ਼ ਅੱਗੇ ਵਧਦੀ ਹੈ। ਕੰਪਿਊਟਰ ਟਰਮੀਨੋਲੋਜੀ ਵਿੱਚ ਜਨਰੇਸ਼ਨ ਤੋਂ ਭਾਵ ਹੈ ਕੰਪਿਊਟਰ ਦੀ ਟੈਕਨੋਲੋਜੀ ਵਿੱਚ ਬਦਲਾਵ। ਤੁਸੀਂ ਫਰਸਟ ਜਨਰੇਸ਼ਨ, ਸੈਕੰਡ ਜਨਰੇਸ਼ਨ, ਥਰਡ ਜਨਰੇਸ਼ਨ ਕੰਪਿਊਟਰਸ ਬਾਰੇ, ਫੋਰਥ ਜਨਰੇਸ਼ਨ ਬਾਰੇ ਕੰਪਿਊਟਰ ਬਾਰੇ ਸੁਣਿਆ ਹੋਵੇਗਾ। ਅੱਜ ਦੇ ਦੌਰ ਦੇ ਵਿੱਚ ਆਪਾਂ 7th ਜਨਰੇਸ਼ਨ ਨੂੰ ਯੂਜ਼ ਕਰ ਰਹੇ ਹਾਂ। ਪਹਿਲੀ ਜਨਰੇਸ਼ਨ ਦੇ ਕੰਪਿਊਟਰ ਜੋ ਕਿ 1942 ਵਿੱਚ ਸਟਾਰਟ ਹੋਏ ਸੀ, 1955 ਤੱਕ ਇਹਨਾਂ ਨੂੰ ਵਰਤਿਆ ਜਾਂਦਾ ਸੀ। 1942 ਤੋਂ ਲੈ ਕੇ 1955 ਤੱਕ ਦਾ ਸਮਾਂ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਦਾ ਸੀ। ਪਹਿਲੀ ਜਨਰੇਸ਼ਨ ਦੇ ਕੰਪਿਊਟਰ ਦੇ ਵਿੱਚ ਮੈਮਰੀ ਅਤੇ CPU ਦੇ ਸਰਕਟ ਲਈ ਵੈਕਿਊਮ ਟਿਊਬ, this was a vacuum tube, ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਬਲਬ ਹੁੰਦੇ ਹਨ ਜੋ ਕਿ ਵੈਕਿਊਮ ਬਲਬਸ ਹੁੰਦੇ ਹਨ। ਵੈਕਿਊਮ ਟਿਊਬਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਟਿਊਬਾਂ ਬਿਜਲੀ ਦੇ ਬਲਬਾਂ ਵਾਂਗ ਸਨ ਜੋ ਕਿ ਬਹੁਤ ਗਰਮੀ ਪੈਦਾ ਕਰਦੇ ਸਨ।
ਅਤੇ ਜਲਦੀ ਖਰਾਬ ਵੀ ਹੋ ਜਾਂਦੇ ਹਨ। ਹੁਣ ਤੁਸੀਂ ਸੋਚੋ, ਜਸਟ ਇਮੈਜਿਨ ਕਰੋ ਕਿ ਤੁਹਾਡੇ ਘਰੇ 100 ਵਾਟ ਦਾ ਬਲਬ ਲੱਗਿਆ ਹੋਇਆ ਹੈ। ਉਸ ਦੀ ਵਰਤੋਂ ਜਿੰਨੀ ਜ਼ਿਆਦਾ ਹੋਏਗੀ ਓਨੀ ਜ਼ਿਆਦਾ ਹੀਟ ਵੀ ਪ੍ਰੋਡਿਊਸ ਕਰਦਾ ਹੈ, ਗਰਮੀ ਵੀ ਪੈਦਾ ਕਰਦਾ ਹੈ ਅਤੇ ਉਹ ਝੜ ਵੀ ਛੇਤੀ ਜਾਂਦਾ ਹੈ ਜਿੰਨਾ ਜ਼ਿਆਦਾ ਗਰਮ ਹੋਵੇ। ਇਸੇ ਕਰਕੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਬਹੁਤ ਜਲਦੀ ਖਰਾਬ ਹੋ ਜਾਂਦੇ ਹਨ। ਇਹ ਕੰਪਿਊਟਰ ਬਹੁਤ ਮਹਿੰਗੇ ਹੁੰਦੇ ਸਨ ਅਤੇ ਵੱਡੀਆਂ ਸੰਸਥਾਵਾਂ ਦੁਆਰਾ ਹੀ ਵਰਤੇ ਜਾਂਦੇ ਸਨ। ਇਸ ਜਨਰੇਸ਼ਨ ਵਿੱਚ ਮੁੱਖ ਤੌਰ ਤੇ ਬੈਚ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ। ਬੈਚ ਪ੍ਰੋਸੈਸਿੰਗ ਮਤਲਬ ਇੱਕ ਕੰਮ ਉਸ ਕੰਮ ਨੂੰ ਵੰਡਿਆ ਜਾਂਦਾ ਛੋਟੇ ਛੋਟੇ ਬੈਚਸ ਦੇ ਵਿੱਚ, ਉਹ ਬੈਚ ਇੱਕ ਸੀਕੁਐਂਸ ਦੇ ਵਿੱਚ ਚੱਲਦਾ ਸੀ। ਪੰਚ ਕਾਰਡ, ਪੇਪਰ ਟੇਪ, ਮੈਗਨੈਟਿਕ ਟੇਪਾਂ ਨੂੰ ਇਨਪੁਟ ਅਤੇ ਆਉਟਪੁੱਟ ਯੰਤਰਾਂ ਲਈ ਵਰਤਿਆ ਜਾਂਦਾ ਸੀ। ਪਹਿਲੀ ਜਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਗੁਣ ਕੀ ਸਨ? ਵੈਕਿਊਮ ਟਿਊਬਾਂ ਮੁੱਢਲੇ ਪੁਰਜੇ ਵਜੋਂ ਇਲੈਕਟ੍ਰੋਮੈਗਨੈਟਿਕ ਰਿਲੇ ਮੈਮਰੀ ਅਤੇ ਪੰਚ ਕਾਰਡ ਸੈਕੰਡਰੀ ਸਟੋਰੇਜ ਵੱਲੋਂ ਵਰਤੇ ਜਾਂਦੇ ਸਨ। ਹੁਣ ਸੈਕੰਡਰੀ ਸਟੋਰੇਜ ਲਈ ਕਿਹੜੇ ਵਰਤੇ ਜਾਂਦੇ ਸਨ? ਵੈਕਿਊਮ ਟਿਊਬਸ ਐਕਸੈਟਰਾ। ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਅਤੇ ਸਟੋਰਡ ਪ੍ਰੋਗਰਾਮ ਸਿਧਾਂਤ ਮਸ਼ੀਨਾਂ ਨੂੰ ਚਲਾਉਣ ਲਈ ਵਰਤੇ ਜਾਂਦੇ ਸਨ। ਮਤਲਬ ਬੇਸਿਕ ਲੈਂਗੁਏਜ, ਜੋ ਕੰਪਿਊਟਰ ਬੇਸਿਕ ਲੈਂਗੁਏਜ ਹੈ 0 and 1, ਇਹੀ ਮਸ਼ੀਨ ਲੈਂਗੁਏਜ ਹੈ। ਕੰਪਿਊਟਰ ਇਸੇ ਨੂੰ ਹੀ ਸਮਝਦਾ ਹੈ। ਇਸ ਨੂੰ ਸੀਕੁਐਂਸ ਦੇ ਵਿੱਚ ਲਿਖਣ ਲਈ ਉਸ ਨੂੰ ਮਸ਼ੀਨ ਲੈਂਗੁਏਜ ਕਹਿੰਦੇ ਸਨ ਅਤੇ ਉਸ ਨੂੰ ਅਸੈਂਬਲ ਕੀਤਾ ਜਾਂਦਾ ਸੀ। ਉਹਨਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਸੀ ਅਤੇ ਬਹੁਤ ਗਰਮੀ ਪੈਦਾ ਕਰਦੇ ਸਨ। ਹੁਣੀ ਤੁਹਾਨੂੰ ਦੱਸ ਕੇ ਹਟਿਆ ਕਿ ਇਹ ਹੀਟ ਬਹੁਤ ਜ਼ਿਆਦਾ ਪ੍ਰੋਡਿਊਸ ਕਰਦੇ ਸਨ। ਇਹ ਸਿਸਟਮ ਬਹੁਤੇ ਜ਼ਿਆਦਾ ਭਰੋਸੇ ਲਾਇਕ ਨਹੀਂ ਸੀ ਹੁੰਦੇ ਕਿਉਂਕਿ ਛੇਤੀ ਖਰਾਬ ਹੋ ਜਾਂਦੇ ਸੀ। ਇਹ ਵਪਾਰਿਕ ਕੰਮਾਂ ਲਈ ਨਹੀਂ ਵਰਤੇ ਜਾਂਦੇ ਸਨ। ਹੁਣ ਵਪਾਰਿਕ ਕੰਮਾਂ ਦੇ ਵਿੱਚ ਕੀ ਚਾਹੀਦਾ ਹੈ? ਵਪਾਰਿਕ ਕੰਮਾਂ ਦੇ ਵਿੱਚ ਤੁਹਾਨੂੰ ਭਰੋਸੇ ਲਾਇਕ ਮੈਮਰੀ ਚਾਹੀਦੀ ਹੁੰਦੀ ਹੈ। ਇਹ ਬਹੁਤ ਮਹਿੰਗੇ ਅਤੇ ਇਸਤੇਮਾਲ ਕਰਨ ਵਿੱਚ ਮੁਸ਼ਕਿਲ ਹੁੰਦੇ ਸਨ। ਪਹਿਲੀ ਜਨਰੇਸ਼ਨ ਦੇ ਸਿਸਟਮ ਮਤਲਬ ਕੰਪਿਊਟਰ ਦੇ ਕੀ ਨਾਮ ਸਨ? ENIAC, EDVAC, EDSAC, UNIVAC 1, IBM 701। ਇਹ ਪਹਿਲੇ ਜਨਰੇਸ਼ਨ ਦੇ ਕੰਪਿਊਟਰ ਸਨ। ਦੂਜੀ ਜਨਰੇਸ਼ਨ ਜੋ ਕਿ 1955 ਤੋਂ ਲੈ ਕੇ 1964 ਤੱਕ ਵਰਤੇ ਜਾਂਦੇ ਸਨ। ਇਹਨਾਂ ਵਿੱਚ ਟ੍ਰਾਂਜ਼ਿਸਟਰਾਂ ਦੀ ਵਰਤੋਂ ਮੁੱਢਲੇ ਯੰਤਰਾਂ ਵਜੋਂ ਕੀਤੀ ਜਾਂਦੀ ਸੀ। ਹੁਣ ਵੈਕਿਊਮ ਟਿਊਬ ਤੋਂ ਕੀ ਆ ਗਿਆ? ਟ੍ਰਾਂਜ਼ਿਸਟਰਸ ਆ ਗਏ। ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਗਈ ਉਵੇਂ ਉਵੇਂ ਉਹਨਾਂ ਦੀ ਸਟੋਰੇਜ ਕੈਪੈਸਿਟੀ ਅਤੇ ਯੂਜ਼ ਵੀ ਚੇਂਜ ਹੁੰਦਾ ਗਿਆ। ਇਹ ਪਹਿਲੀ ਜਨਰੇਸ਼ਨ ਦੀਆਂ ਮਸ਼ੀਨਾਂ ਜੋ ਕਿ ਵੈਕਿਊਮ ਟਿਊਬਾਂ ਦੀਆਂ ਬਣਦੀਆਂ ਸਨ ਦੇ ਮੁਕਾਬਲੇ ਸਸਤੀਆਂ ਹੁੰਦੀਆਂ ਸਨ। ਵੈਕਿਊਮ ਟਿਊਬ ਨਾਲੋਂ ਟ੍ਰਾਂਜ਼ਿਸਟਰਸ ਘੱਟ ਬਿਜਲੀ ਖਪਤ ਕਰਦੇ ਸਨ, ਆਕਾਰ ਵਿੱਚ ਛੋਟੇ ਹੁੰਦੇ ਸਨ, ਜ਼ਿਆਦਾ ਭਰੋਸੇ ਲਾਇਕ ਹੁੰਦੇ ਸਨ ਤੇ ਤੇਜ਼ ਵੀ ਸਨ। ਇਸ ਜਨਰੇਸ਼ਨ ਵਿੱਚ ਪ੍ਰਾਇਮਰੀ ਮੈਮਰੀ ਲਈ ਮੈਗਨੈਟਿਕ ਕੋਰ ਅਤੇ ਸੈਕੰਡਰੀ ਸਟੋਰੇਜ ਲਈ ਮੈਗਨੈਟਿਕ ਟੇਪ ਅਤੇ ਡਿਸਕਾਂ ਵਰਤੀਆਂ ਜਾਂਦੀਆਂ ਸਨ। ਮਤਲਬ ਹੁਣ ਮੈਮਰੀ ਕਿੰਨੀ ਚੇਂਜ ਹੋ ਗਈ? ਪੰਚ ਕਾਰਡ ਤੋਂ ਮੈਗਨੈਟਿਕ ਡਿਸਕ ਤੇ ਆ ਗਈ। ਇਸ ਜਨਰੇਸ਼ਨ ਵਿੱਚ ਅਸੈਂਬਲੀ ਭਾਸ਼ਾ ਅਤੇ ਹਾਈ ਲੈਵਲ ਪ੍ਰੋਗਰਾਮਿੰਗ ਭਾਸ਼ਾ ਜਿਵੇਂ ਕਿ ਫੋਰਟਰਨ ਅਤੇ ਕਬੋਲ ਵਰਤੀਆਂ ਜਾਂਦੀਆਂ ਸਨ। ਹੁਣ ਇਹ ਇੱਕ ਟ੍ਰਾਂਜ਼ਿਸਟਰ ਹੈ। ਇਸ ਵਿੱਚ ਹੀਟ ਕੈਪੈਸਿਟੀ, ਹੀਟ ਨੂੰ ਪ੍ਰੋਸੈਸ ਕਰਨ ਦੀ ਕੈਪੈਸਿਟੀ ਜ਼ਿਆਦਾ ਹੁੰਦੀ ਹੈ। ਬੈਚ ਪ੍ਰੋਸੈਸਿੰਗ ਅਤੇ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਵੀ ਵਰਤੇ ਜਾਂਦੇ ਸਨ। ਮਤਲਬ ਫੋਰਟਰਨ ਇੱਕ ਹਾਈ ਲੈਵਲ ਭਾਸ਼ਾਵਾਂ ਸੀ। ਪਹਿਲੀ ਜਨਰੇਸ਼ਨ ਦੇ ਵਿੱਚ ਜਿਹੜੀ ਭਾਸ਼ਾਵਾਂ ਹੁੰਦੀਆਂ ਸੀ ਉਹ ਸਿਰਫ ਮਸ਼ੀਨ ਲੈਵਲ ਲੈਂਗੁਏਜ ਹੁੰਦੀ ਸੀ। 010110 ਕਰਕੇ ਸਾਰੀ ਮਸ਼ੀਨ ਨੂੰ ਕੋਡਿੰਗ ਕੀਤਾ ਜਾਂਦਾ ਸੀ। ਜਿਸ ਨੂੰ ਆਉਂਦੇ ਸਨ ਉਹੀ ਯੂਜ਼ ਕਰ ਸਕਦਾ ਸੀ। ਬਟ ਇਸ ਜਨਰੇਸ਼ਨ ਦੇ ਵਿੱਚ ਅਸੈਂਬਲੀ ਭਾਸ਼ਾ ਅਤੇ ਲੈਵਲ ਪ੍ਰੋਗਰਾਮਿੰਗ, ਹਾਈ ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਐਡ ਕੀਤਾ ਗਿਆ। ਇਸ ਦੇ ਨਾਲ ਕੀ ਹੋਇਆ ਕਿ ਆਮ ਯੂਜ਼ਰ ਇੰਗਲਿਸ਼ ਦੇ ਵਰਡ ਯੂਜ਼ ਕਰਨੇ ਸ਼ੁਰੂ ਕਰਤੇ ਜੋ ਕਿ ਅਸੈਂਬਲਰ ਉਸ ਨੂੰ ਕਨਵਰਟ ਕਰਦਾ ਸੀ। ਬੈਚ ਪ੍ਰੋਸੈਸਿੰਗ ਕੀ ਹੁੰਦੀ ਹੈ? ਜੋ ਕਿ ਇੱਕ ਵੱਡੇ ਪ੍ਰੋਸੈਸ ਨੂੰ ਛੋਟੇ ਛੋਟੇ ਬੈਚਸ ਦੇ ਵਿੱਚ ਕਨਵਰਟ ਕਰਕੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡ ਕੇ ਉਸ ਨੂੰ ਚਲਾਉਂਦੇ ਸਨ। ਦੂਜੀ ਜਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਗੁਣ ਕੀ ਸਨ? ਇਹਨਾਂ ਵਿੱਚ ਮੁੱਢਲਾ ਪੁਰਜ਼ਾ ਮੇਨ ਪਾਰਟ ਕਿਹੜੇ ਸੀ? ਟ੍ਰਾਂਜ਼ਿਸਟਰ, ਮੈਗਨੈਟਿਕ ਕੋਰ ਮੈਮਰੀ, ਮੈਗਨੈਟਿਕ ਟੇਪਾਂ ਅਤੇ ਡਿਸਕ ਨੂੰ ਸਟੋਰੇਜ, ਸੈਕੰਡਰੀ ਸਟੋਰੇਜ ਲਈ ਵਰਤਿਆ ਜਾਂਦਾ ਸੀ। ਬੈਚ ਆਪਰੇਟਿੰਗ ਸਿਸਟਮ, ਹਾਈ ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਵਰਤੀਆਂ ਜਾਂਦੀਆਂ ਸਨ। ਇਹ ਪਿਛਲੀ ਜਨਰੇਸ਼ਨ ਨਾਲੋਂ ਤੇਜ਼, ਛੋਟੇ, ਜ਼ਿਆਦਾ ਭਰੋਸੇ ਲਾਇਕ ਅਤੇ ਪ੍ਰੋਗਰਾਮ ਕਰਨੇ ਆਸਾਨ ਸਨ।
ਇਹਨਾਂ ਨੂੰ ਵਿਗਿਆਨਿਕ ਅਤੇ ਵਪਾਰਿਕ ਕੰਮਾਂ ਲਈ ਵਰਤਿਆ ਜਾਣਾ ਸ਼ੁਰੂ ਹੋ ਗਿਆ ਸੀ ਉਸ ਟਾਈਮ। ਇਹਨਾਂ ਦੀ ਉਤਪਾਦਕਤਾ ਉਸ ਸਮੇਂ ਵੀ ਮੁਸ਼ਕਿਲ ਸੀ। ਜਦੋਂ ਕੋਈ ਟੈਕਨੋਲੋਜੀ ਨਵੀਂ ਆਉਂਦੀ ਹੈ ਤਾਂ ਉਸ ਦਾ ਉਤਪਾਦਨ ਸਲੋ ਹੀ ਰਹਿੰਦਾ ਹੈ ਜਦ ਤੱਕ ਉਸ ਨੂੰ ਜ਼ਿਆਦਾ ਯੂਜ਼ ਕਰਨਾ ਸ਼ੁਰੂ ਨਾ ਕਰ ਦੇਣ, ਕਾਮਨ ਨਾ ਹੋ ਜਾਣ। ਇਹ ਕੀਮਤ ਵਿੱਚ ਮਹਿੰਗੇ ਸਨ। ਪਹਿਲੀ ਜਨਰੇਸ਼ਨ ਦੇ ਕੰਪਿਊਟਰਾਂ ਦੇ ਮੁਕਾਬਲੇ ਆਕਾਰ ਵਿੱਚ ਛੋਟੇ ਸਨ ਅਤੇ ਘੱਟ ਗਰਮੀ ਪੈਦਾ ਕਰਦੇ ਸਨ। ਇਹ ਘੱਟ ਬਿਜਲੀ ਖਪਤ ਕਰਦੇ ਸਨ ਪਹਿਲੀ ਜਨਰੇਸ਼ਨ ਨਾਲੋਂ। ਹੁਣ ਕੁਝ ਸੈਕੰਡ ਜਨਰੇਸ਼ਨ ਦੇ ਕੰਪਿਊਟਰਾਂ ਦੇ ਨਾਮ IBM 7030 7030 ਵੀ ਕਿਹਾ ਜਾਂਦਾ ਇਹਨੂੰ, UNIVAC, LARC, ਇਹ ਸੈਕੰਡ ਜਨਰੇਸ਼ਨ ਕੰਪਿਊਟਰਸ ਹਨ। ਥਰਡ ਜਨਰੇਸ਼ਨ 1964 ਤੋਂ ਲੈ ਕੇ 1975 ਤੱਕ ਦੇ ਜਨਰੇਸ਼ਨ ਕੰਪਿਊਟਰਾਂ ਨੂੰ ਥਰਡ ਜਨਰੇਸ਼ਨ ਕਿਹਾ ਜਾਂਦਾ ਹੈ, ਤੀਜੀ ਜਨਰੇਸ਼ਨ। ਇਹਨਾਂ ਵਿੱਚ ਟ੍ਰਾਂਜ਼ਿਸਟਰਾਂ ਦੀ ਜਗ੍ਹਾ ਇੰਟੀਗ੍ਰੇਟਡ ਸਰਕਟ ਮਤਲਬ IC ਲੱਗਣੇ ਸ਼ੁਰੂ ਹੋ ਗਏ। ਹੁਣ ਇੱਕ IC ਦੇ ਵਿੱਚ ਕੀ ਮੌਜੂਦ ਹੁੰਦਾ ਹੈ? ਟ੍ਰਾਂਜ਼ਿਸਟਰ, ਰਜਿਸਟਰ ਅਤੇ ਕੈਪੈਸਿਟਰ, ਜੋ ਕਿ ਇੱਕ ਸਰਕਟ ਦੇ ਵਿੱਚ ਲਗਾਏ ਜਾਂਦੇ ਹਨ। ਇਸ ਤਰ੍ਹਾਂ ਨਾਲ ਇਹ ਇੱਕ IC ਹੈ। ਇਹ ਜੈਕ ਕਿਬਲੀ ਦੁਆਰਾ ਖੋਜ ਕੀਤੀ ਗਈ ਸੀ। ਇਸ ਤਰੱਕੀ ਨੇ ਕੰਪਿਊਟਰਾਂ ਦਾ ਆਕਾਰ ਛੋਟਾ ਕਰਤਾ। ਮਤਲਬ ਜਦੋਂ IC ਲੱਗਣੀ ਸ਼ੁਰੂ ਹੋਵੇ ਕੰਪਿਊਟਰ ਸਰਕਟਸ ਦੇ ਵਿੱਚ, ਇਹਨਾਂ ਦਾ ਆਕਾਰ ਹੋਰ ਛੋਟਾ ਹੋ ਗਿਆ, ਭਰੋਸੇ ਲਾਇਕ ਹੋ ਗਿਆ ਅਤੇ ਵਧੀਆ ਬਣਾ ਦਿੱਤਾ। ਇਸ ਜਨਰੇਸ਼ਨ ਵਿੱਚ ਰਿਮੋਟ ਪ੍ਰੋਸੈਸਿੰਗ, ਟਾਈਮ ਸ਼ੇਅਰਿੰਗ, ਰੀਅਲ ਟਾਈਮ, ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਵਰਤੇ ਜਾਣ ਲੱਗੇ। ਹੁਣ ਇਸ ਤੋਂ ਕੀ ਭਾਵ ਹੈ? ਰਿਮੋਟ ਪ੍ਰੋਸੈਸਿੰਗ ਉਦੋਂ ਹੁੰਦੀ ਹੈ ਮਤਲਬ ਦੂਰ ਤੋਂ ਕੋਈ ਚੀਜ਼ ਕੰਟਰੋਲ ਕਰਨੀ, ਦੂਰ ਤੋਂ ਕੋਈ ਚੀਜ਼ ਕਰਨੀ। ਹੁਣ ਕੰਪਿਊਟਰ ਆਪਸ ਦੇ ਵਿੱਚ ਜੁੜਨੇ ਸ਼ੁਰੂ ਹੋ ਗਏ ਤਾਂ ਰਿਮੋਟ ਪ੍ਰੋਸੈਸਿੰਗ ਵੀ ਸ਼ੁਰੂ ਹੋ ਗਈ। ਟਾਈਮ ਸ਼ੇਅਰਿੰਗ ਮਤਲਬ ਤੁਸੀਂ ਇੱਕ ਫਾਈਲ ਨੂੰ ਜਾਂ ਇੱਕ ਸਿਸਟਮ ਨੂੰ ਚਲਾਉਂਦੇ ਟਾਈਮ ਸ਼ੇਅਰ ਕਰ ਸਕਦੇ ਹੋ। ਰੀਅਲ ਟਾਈਮ ਲਾਈਵ ਚੱਲਦੀ ਹੈ ਜਦੋਂ ਚੀਜ਼ ਆਪਾਂ ਰੀਅਲ ਟਾਈਮ, ਜਿਹੜੀ ਵੀਡੀਓ ਕਾਲ ਅੱਜ ਕੱਲ ਤੁਸੀਂ WhatsApp ਤੇ ਕਰਦੇ ਹੋ, ਰੀਅਲ ਟਾਈਮ ਕਰਦੇ ਹੋ ਮਤਲਬ ਨਾਲ ਦੀ ਨਾਲ ਹੀ ਤੁਸੀਂ ਦੇਖ ਜਾਂ ਪੜ੍ਹ ਸਕਦੇ ਹੋ। ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਮਤਲਬ ਮਲਟੀ ਪ੍ਰੋਗਰਾਮ ਕਰਨੇ, ਇੱਕ ਹੀ ਆਪਰੇਟਿੰਗ ਸਿਸਟਮ ਮਲਟੀ ਪ੍ਰੋਗਰਾਮ ਚੱਲ ਰਹੇ ਹਨ, ਚਲਾ ਸਕਦੇ ਹੋ। ਇਹ ਹਾਈ ਲੈਵਲ ਭਾਸ਼ਾਵਾਂ ਜਿਵੇਂ ਕਿ Fortran 2 to Fortran 4 ਤੱਕ ਚੱਲੀਆਂ, COBOL, Pascal, PL, Basic, Algol 68 ਆਦਿ ਵਰਤੀਆਂ ਜਾਂਦੀਆਂ ਸਨ। ਤੀਜੀ ਜਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਗੁਣ। ਇਹਨਾਂ ਵਿੱਚ ਮੁੱਢਲਾ ਪੁਰਜ਼ਾ ਕੀ ਸੀ? IC, ਜੋ ਕਿ SSI ਅਤੇ MSI ਟੈਕਨੋਲੋਜੀ ਦੀ ਵਰਤੋਂ ਕਰਦੇ ਸਨ। ਵੱਡੀਆਂ ਮੈਗਨੈਟਿਕ ਕੋਰ ਮੈਮਰੀਜ਼, ਜ਼ਿਆਦਾ ਕੈਪੈਸਿਟੀ ਵਾਲੀਆਂ ਡਿਸਕਾਂ ਅਤੇ ਮੈਗਨੈਟਿਕ ਟੇਪਾਂ ਨੂੰ ਸੈਕੰਡਰੀ ਸਟੋਰੇਜ ਵਰਤਿਆ ਜਾਣਾ ਸ਼ੁਰੂ ਹੋ ਗਿਆ। ਇਹਨਾਂ ਵਿੱਚ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਅਤੇ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਵਰਤੇ ਜਾਣ ਲੱਗੇ। ਇਹਨਾਂ ਦੀ ਉਤਪਾਦਕਤਾ ਆਸਾਨ ਸੀ ਅਤੇ ਅਪਗ੍ਰੇਡ ਕਰਨਾ ਵੀ ਆਸਾਨ ਸੀ। ਉਤਪਾਦਕਤਾ ਮਤਲਬ ਇਹਨਾਂ ਨੂੰ ਡਿਵੈਲਪ ਕਰਨਾ ਬਹੁਤ ਸੌਖਾ ਸੀ ਅਤੇ ਜੇ ਕਿਸੇ ਮੈਮਰੀ ਨੂੰ, ਸਟੋਰੇਜ ਨੂੰ ਤੁਸੀਂ ਵਧਾਉਣਾ ਹੈ ਤਾਂ ਉਸ ਨੂੰ ਇੱਕ ਪੁਰਜ਼ਾ ਚੇਂਜ ਹੋ ਜਾਂਦਾ ਸੀ। ਜਿਵੇਂ ਕਿ ਤੁਸੀਂ ਅੱਜ ਹਾਰਡ ਡਰਾਈਵ ਕੰਪਿਊਟਰ ਦੇ ਵਿੱਚ ਇਨਕਰੀਜ਼ ਕਰਨੀ ਹੋਵੇ, ਮੈਮਰੀ ਇਨਕਰੀਜ਼ ਕਰਨੀ ਹੋਵੇ ਤਾਂ ਪੁਰਾਣੀ ਹੀ ਹਾਰਡ ਡਰਾਈਵ ਰਿਮੂਵ ਕਰਕੇ ਤੁਸੀਂ ਨਵੀਂ ਹਾਰਡ ਡਰਾਈਵ ਐਡ ਕਰ ਲੈਂਦੇ ਹੋ। ਇਹਨਾਂ ਨੂੰ ਵਿਗਿਆਨਿਕ, ਵਪਾਰਿਕ ਅਤੇ ਇੰਟਰੈਕਟਿਵ ਆਨਲਾਈਨ ਕੰਮਾਂ ਲਈ ਇੰਟਰੈਕਟਿਵ ਆਨਲਾਈਨ ਕੰਮਾਂ ਲਈ ਵਰਤਿਆ ਜਾਂਦਾ ਸੀ। ਮਤਲਬ ਆਨਲਾਈਨ ਜਦੋਂ ਇੰਟਰੈਕਟਿਵ ਕੀ ਹੁੰਦਾ? ਜਿਹੜੀ ਚੀਜ਼ ਖਿੱਚ ਪਾਵੇ। ਤੀਜੀ ਜਨਰੇਸ਼ਨ ਦੇ ਸਿਸਟਮ ਦੇ ਕੀ ਨਾਮ ਸਨ? IBM 360 to 370, PDP 8, PDP 11, CDC 6600, ਇਹ ਥਰਡ ਜਨਰੇਸ਼ਨ ਸਨ। ਫੋਰਥ ਜਨਰੇਸ਼ਨ 1975 ਤੋਂ ਲੈ ਕੇ 1999, ਇਹ ਚੌਥੀ ਜਨਰੇਸ਼ਨ ਦੇ ਕੰਪਿਊਟਰ ਸਨ। ਕੰਪਿਊਟਰ ਲਾਰਜ ਸੈਕੰਡਰੀ ਕੰਪਿਊਟਰ ਜਨਰੇਸ਼ਨ ਕੀ ਸੀ? ਵੈਰੀ ਲਾਰਜ ਸਕੇਲ ਇੰਟੀਗ੍ਰੇਟਡ ਸਰਕਟ ਸਨ, VLSI। मतलब इस सर्किट ਨੂੰ देखो, बहुत चिप जो है हाथ ते रखण दे विच छोटी है, बट इससे जो सर्किट ਹਨ ਉਹ ਜ਼ਿਆਦਾ ਹਨ। VLSI ਸਰਕਿਟ ਵਿੱਚ ਲਗਭਗ 5000 ਟ੍ਰਾਂਜ਼ਿਸਟਰ ਅਤੇ ਹੋਰ ਪੁਰਜ਼ੇ ਹੁੰਦੇ ਸਨ। ਇਸ ਵਿੱਚ ਇਸ ਤਰ੍ਹਾਂ ਦੇ ਸਰਕਿਟ ਹੁੰਦਾ ਹੈ, ਮਾਈਕਰੋ ਪ੍ਰੋਸੈਸਰ ਜਿਸ ਨੂੰ ਕਹਿੰਦੇ ਹਨ। ਇਹਨਾਂ ਦੀ ਆਉਣ ਦੇ ਨਾਲ ਇਹ ਮਦਦ ਹੋਈ ਕਿ ਇਹ ਸਿੰਗਲ ਚਿਪ
ਤੇ ਸਾਰਾ ਕੁਝ ਹੀ ਐਡ ਹੋ ਜਾਂਦਾ ਸੀ, ਜਿਨ੍ਹਾਂ ਨੇ ਚੌਥੀ ਜਨਰੇਸ਼ਨ ਦੇ ਮਾਈਕਰੋ ਕੰਪਿਊਟਰਾਂ ਨੂੰ ਮੁਮਕਿਨ ਕੀਤਾ। ਹੁਣ ਇਹ ਜਨਰੇਸ਼ਨ ਆਉਣ ਨਾਲ ਇਹ ਛੋਟੇ ਹੋ ਗਏ, ਸ਼ਕਤੀਸ਼ਾਲੀ, ਭਰੋਸੇ ਲਾਇਕ ਹੋ ਗਏ ਅਤੇ ਪਰਸਨਲ ਕੰਪਿਊਟਰਸ ਹਰ ਇੱਕ ਕੋਲੇ ਹੋਣੇ ਸ਼ੁਰੂ ਹੋ ਗਏ, ਕਿਉਂਕਿ ਇਹ ਆਸਾਨੀ ਨਾਲ ਛੋਟੇ ਕੈਰੀ ਕੀਤੇ ਜਾ ਸਕਦੇ ਸਨ। ਇਸ ਜਨਰੇਸ਼ਨ ਵਿੱਚ ਟਾਈਮ ਸ਼ੇਅਰਿੰਗ ਹੋਣੀ ਸ਼ੁਰੂ ਹੋ ਗਈ, ਜੋ ਪਹਿਲਾਂ ਦੀ ਜਨਰੇਸ਼ਨ ਸ਼ੁਰੂ ਹੋ ਗਈ ਸੀ। ਇਸ ਦੇ ਵਿੱਚ ਵੀ ਰੀਅਲ ਟਾਈਮ ਨੈਟਵਰਕਿੰਗ ਹੋਰ ਜ਼ਿਆਦਾ ਸਟਰੋਂਗ ਹੋ ਗਈ। ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ, ਮਤਲਬ ਡਿਸਟ੍ਰੀਬਿਊਟ ਕੀਤੇ ਹੋਏ ਕੰਪਿਊਟਰ ਇਕੱਠੇ ਯੂਜ਼ ਹੋਣੇ ਸ਼ੁਰੂ ਹੋ ਗਏ। ਸਾਰੀਆਂ ਹਾਈ ਲੈਵਲ ਭਾਸ਼ਾਵਾਂ ਜਿਵੇਂ ਕਿ C++, DBMS ਆਦਿ ਇਸ ਨੂੰ ਜਨਰੇਸ਼ਨ ਵਿੱਚ ਵਰਤਿਆ ਜਾਣ ਲੱਗਿਆ, ਮਤਲਬ ਇਹ ਹੋਰ ਆਸਾਨ ਹੋ। ਚੌਥੀ ਜਨਰੇਸ਼ਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ? VLSI ਟੈਕਨੋਲੋਜੀ ਵਾਲੇ IC ਅਤੇ ਮਾਈਕਰੋ ਪ੍ਰੋਸੈਸਰ ਵਰਤੇ ਜਾਂਦੇ ਸਨ। ਸੈਮੀਕੰਡਕਟਰ ਮੈਮਰੀ ਅਤੇ ਜ਼ਿਆਦਾ ਸਮਰੱਥਾ ਵਾਲੀਆਂ ਹਾਰਡ ਡਿਸਕਾਂ ਇਨਬਿਲਟ ਸੈਕੰਡਰੀ ਸਟੋਰੇਜ ਵੱਲੋਂ ਵਰਤੀਆਂ ਜਾਣ ਲੱਗੀਆਂ, ਮਤਲਬ ਇਨਬਿਲਟ ਕੀ ਸੀ, ਇਹ ਸਿਸਟਮ ਦੇ ਅੰਦਰ ਹੀ ਪੈਕੇਟ ਹੁੰਦੀਆਂ ਸਨ। ਮੈਗਨੈਟਿਕ ਟੇਪਾਂ ਅਤੇ ਫਲੌਪੀ ਡਿਸਕ ਪੋਰਟੇਬਲ ਸਟੋਰੇਜ ਮੀਡੀਆ ਵਜੋਂ ਵਰਤੀਆਂ ਜਾਂਦੀਆਂ ਸਨ। PCs ਲਈ GUI ਆਪਰੇਟਿੰਗ ਸਿਸਟਮ ਅਤੇ ਸਿੰਗਲ ਟਰਮੀਨਲ ਸਕਰੀਨ ਉੱਤੇ ਮਲਟੀਪਲ ਵਿੰਡੋ, ਮਤਲਬ ਜੋ ਹੁਣ ਪਰਸਨਲ ਕੰਪਿਊਟਰ ਆਉਣ ਲੱਗ ਪਈ ਸੀ, ਮਤਲਬ ਪਰਸਨਲ ਕੰਪਿਊਟਰ। GUI ਦਾ ਮਤਲਬ ਹੈ ਗ੍ਰਾਫਿਕ ਯੂਜ਼ਰ ਇੰਟਰਫੇਸ। ਹੁਣ ਗ੍ਰਾਫਿਕ ਯੂਜ਼ਰ ਇੰਟਰਫੇਸ ਕਿਹੜਾ ਹੁੰਦਾ ਹੈ? ਜਿਹੜਾ ਮੋਨੀਟਰ ਤੇ ਤੁਹਾਡੀ ਸਕਰੀਨ ਹੁੰਦੀ ਹੈ, ਉਹ ਗ੍ਰਾਫਿਕ ਮਤਲਬ ਯੂਜ਼ਰ ਤੇ ਕੰਪਿਊਟਰ ਦੇ ਵਿਚਾਲੇ ਜੋ ਇੰਟਰਫੇਸ ਹੈ, ਉਹ ਵੱਧ ਹੋਣਾ ਸ਼ੁਰੂ ਹੋ ਗਿਆ। PC ਨੈਟਵਰਕ ਬੇਸਡ ਅਤੇ ਸੁਪਰ ਕੰਪਿਊਟਰ ਸੁਵਿਧਾ ਦੀ ਵਰਤੋਂ ਹੁੰਦੀ ਸਨ। ਇਹ ਆਕਾਰ ਵਿੱਚ ਛੋਟੇ, ਆਸਾਨੀ ਨਾਲ ਖਰੀਦੇ ਜਾਣ ਲੱਗੇ, ਇਸੇ ਕਰਕੇ ਕਿਉਂਕਿ ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਯੂਨਿਕਸ ਆਪਰੇਟਿੰਗ ਸਿਸਟਮ। ਯੂਨਿਕਸ ਕੀ ਹੁੰਦੀ ਹੈ? ਇੱਕ ਤਰ੍ਹਾਂ ਦੀ ਲੈਂਗੁਏਜ ਹੈ, ਭਾਸ਼ਾ ਹੈ, ਅਤੇ ਇਹ ਆਪਰੇਟਿੰਗ ਸਿਸਟਮ ਦੇ ਤੌਰ ਤੇ ਹੀ ਵਰਤੀ ਜਾਂਦੀ ਹੈ। C ਪ੍ਰੋਗਰਾਮਿੰਗ ਲੈਂਗੁਏਜਸ ਦੇ ਨਾਲ ਆਬਜੈਕਟ ਓਰੀਐਂਟਡ ਡਿਜ਼ਾਈਨ ਵੀ ਹੋਣੇ ਸ਼ੁਰੂ ਹੋ ਗਏ, ਮਤਲਬ ਆਬਜੈਕਟ ਇੱਕ ਖਾਸ ਤਰ੍ਹਾਂ ਦੇ ਇੱਕ ਕੰਮ ਕਰਦਾ ਹੈ। ਇਹ ਪੂਰੀ ਤਰ੍ਹਾਂ ਜਨਰਲ ਪਰਪਸ ਮਸ਼ੀਨਾਂ ਸਨ, ਮਤਲਬ ਇਹ ਹਰ ਜਨਰਲ ਪਰਪਸ ਲਈ ਵਰਤੀਆਂ ਜਾਣ ਲੱਗ ਗਈਆਂ ਅਤੇ ਇਸ ਨੂੰ ਅਪਗ੍ਰੇਡ ਕਰਨਾ ਵੀ ਆਸਾਨ ਹੁੰਦਾ ਸੀ। ਹੁਣ 4th ਜਨਰੇਸ਼ਨ ਕੰਪਿਊਟਰ ਦੇ ਕੁਝ ਨਾਮ: IBM PC, Apple II, Cray 1, Cray 2, Cray X ਜਾਂ MP। 5th ਜਨਰੇਸ਼ਨ 1989 ਤੋਂ ਲੈ ਕੇ 1999 ਤੋਂ ਲੈ ਕੇ ਹੁਣ ਤੱਕ ਜਨਰੇਸ਼ਨ ਆਬਵੀਅਸਲੀ ਹੁਣ ਵਧ ਰਹੀ ਹੈ। 5ਵੀਂ ਜਨਰੇਸ਼ਨ ਦੇ ਕੰਪਿਊਟਰ ਵਿੱਚ VLSI ਟੈਕਨੋਲੋਜੀ ਅਤੇ ULSI ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਹੁਣ ਦੇਖੋ ਪਹਿਲਾਂ ਵਾਲੀ ਚਿਪ ਤੇ ਹੁਣ ਵਾਲੀ ਚਿਪ ਦੇ ਵਿੱਚ ਕਿੰਨਾ ਫਰਕ ਹੈ। ਉਹ ਪੂਰੇ ਹੱਥ ਤੇ ਆਉਂਦੀ ਸੀ, ਇਹ ਸਿਰਫ ਉਂਗਲੀ ਦੀ ਨੋਕ ਤੇ ਆ ਰਹੀ ਹੈ, ਮਤਲਬ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ, ਜਿਸ ਕਾਰਨ ਮਾਈਕਰੋ ਪ੍ਰੋਸੈਸਰ ਚਿਪਾਂ ਵਿੱਚ 10 ਮਿਲੀਅਨ ਇਲੈਕਟ੍ਰੋਨਿਕ ਪੁਰਜੇ ਲੱਗਦੇ ਹਨ, ਮਤਲਬ ਇਸ ਦੇ ਵਿੱਚ 10 ਮਿਲੀਅਨ ਪੁਰਜੇ ਸਨ। ਇਹ ਜਨਰਲ ਪੈਰਲਲ ਪ੍ਰੋਸੈਸਿੰਗ ਹਾਰਡਵੇਅਰ, ਮਤਲਬ ਪੈਰਲਲ ਹੀ ਚੱਲਦੇ ਹਨ। AI ਆਰਟੀਫੀਸ਼ੀਅਲ ਇੰਟੈਲੀਜੈਂਸ, ਹੋਰ ਜ਼ਿਆਦਾ ਪ੍ਰੋਗਰਾਮਿੰਗ ਵਧੀਆ, ਕੰਪਿਊਟਰ ਆਟੋਮੈਟਿਕਲੀ ਆਪਣੇ ਡਿਸੀਜਨ ਲੈਂਦਾ ਹੈ, ਛੋਟੇ ਸੌਫਟਵੇਅਰ ਦੇ ਆਧਾਰ ਤੇ ਕੰਮ ਕਰਦੀ ਹੈ। AI ਕੰਪਿਊਟਰ ਸਾਇੰਸ ਦੀ ਇੱਕ ਨਵੀਂ ਬ੍ਰਾਂਚ ਜੋ ਕਿ ਕੰਪਿਊਟਰਸ ਨੂੰ ਮਨੁੱਖਾਂ ਵਾਂਗ ਸੋਚਣ ਦੇ ਕੰਮ ਕਰਨ ਲਈ ਵਰਤੀ ਜਾਂਦੀ ਹੈ। ਹੁਣ AI ਕੀ ਹੈ? ਆਰਟੀਫੀਸ਼ੀਅਲ ਇੰਟੈਲੀਜੈਂਸ। ਇਹ ਕੰਪਿਊਟਰ ਸਾਇੰਸ ਦੀ ਇੱਕ ਨਵੀਂ ਬ੍ਰਾਂਚ ਹੈ। ਇਸ ਵਿੱਚ ਕੰਪਿਊਟਰ ਨੂੰ ਉਸ ਤਰ੍ਹਾਂ ਨਾਲ ਪ੍ਰੋਗਰਾਮ ਕੀਤਾ ਜਾਂਦਾ ਹੈ ਜਿਵੇਂ ਕਿ ਮਨੁੱਖ ਸੋਚਦਾ ਹੈ, ਤਾਂ ਕਿ ਉਸ ਦੀ ਕੰਮ ਕਰਨ ਦੀ ਸਮਰੱਥਾ ਹੋਰ ਤੇਜ਼ ਹੋ ਸਕੇ। AI ਵਿੱਚ ਕੀ ਹਨ? ਰੋਬੋਟਸ ਆਪਣੇ ਡਿਸੀਜਨ ਲੈ ਸਕਣ। ਗੇਮ ਪਲੇਇੰਗ, ਹੁਣ ਤੁਹਾਡੀਆਂ ਜੋ ਗੇਮਾਂ ਡਿਜ਼ਾਈਨ ਹੁੰਦੀਆਂ ਹਨ, ਉਸਨੇ ਗੇਮ ਨੇ ਆਟੋਮੈਟਿਕਲੀ ਆਪਣੇ ਆਪ ਨੂੰ ਕਿਵੇਂ ਢਾਲਣਾ ਹੈ ਯੂਜ਼ਰ ਦੇ ਅਕੋਰਡਿੰਗ। ਅਜਿਹੇ ਐਕਸਪਰਟ ਸਿਸਟਮ ਦਾ ਨਿਰਮਾਣ ਕਰਨਾ, ਮਤਲਬ ਆਟੋਮੈਟਿਕ ਸਿਸਟਮ ਦਾ ਨਿਰਮਾਣ ਕਰਨਾ ਜੋ ਅਸਲੀ ਜ਼ਿੰਦਗੀ ਦੇ ਹਾਲਾਤਾਂ ਵਿੱਚ ਫੈਸਲਾ ਲੈ ਸਕਣ ਆਪਣੇ ਆਪ। ਹੁਣ ਇਹ ਕਿੱਥੇ ਵਰਤੇ ਜਾਂਦੇ ਹਨ? ਰੈਸਕਿਊ ਆਪਰੇਸ਼ਨਸ, ਜਦੋਂ ਆਪਾਤਕਾਲੀਨ ਇਹੋ ਜਿਹੇ ਮੌਕੇ ਆਉਂਦੇ ਹਨ, ਅਰਥਕੁਏਕ ਆ ਗਿਆ, ਉਸ ਤਰ੍ਹਾਂ ਦੇ ਸਿਸਟਮ ਆਪਣੇ ਆਪ ਡਿਜ਼ਾਈਨ, ਆਪਣੇ ਆਪ ਉਸ ਨੂੰ ਹਾਲਾਤ ਨੂੰ ਦੇਖ ਕੇ ਆਪਣੇ ਡਿਸੀਜਨ ਲੈਂਦੇ ਹਨ। ਆਮ ਮਨੁੱਖੀ ਭਾਸ਼ਾ ਨੂੰ ਸਮਝਣ ਤੇ ਬੋਲਣਾ,
मतलब जो मनुख बोलता है कंप्यूटर उसनू सुने ਅਤੇ ਉਸ ਦਾ ਜਵਾਬ ਉਸ ਤਰ੍ਹਾਂ ਚੱਲੇ। ਸਾਰੀਆਂ ਹਾਈ ਲੈਵਲ ਭਾਸ਼ਾਵਾਂ ਜਿਵੇਂ ਕਿ C++, ਜਾਵਾ, ਨੈਟ ਆਦਿ ਜਨਰੇਸ਼ਨ ਵਿੱਚ ਵਰਤੀਆਂ ਜਾਂਦੀਆਂ ਹਨ। ਹੁਣ C ਇੱਕ ਬੇਸਿਕ ਜਨਰੇਸ਼ਨ ਲੈਂਗੁਏਜ ਹੈ, ਪਰ ਹੁਣ ਤੱਕ ਇਸ ਨੂੰ ਵਰਤਿਆ ਜਾਂਦਾ ਹੈ 3rd ਤੋਂ ਲੈ ਕੇ। ਇਹ ਇੱਕ ਰੋਬੋਟ ਹੈ, ਅਗਰ ਇਸ ਨੂੰ ਤੁਸੀਂ ਕਮਾਂਡ ਦੇਵੋਗੇ ਤਾਂ ਇਹ ਤੁਹਾਡੀ ਭਾਸ਼ਾ ਸਮਝ ਕੇ ਆਪਣੇ ਨਿਸ਼ਚੇ ਖੁਦ ਲਵੇਗਾ। AI ਦਾ ਇਸਤੇਮਾਲ ਕਰਦਾ ਹੈ। 5th ਜਨਰੇਸ਼ਨ ਦੇ ਗੁਣ ਕੀ ਹਨ? ULSI ਟੈਕਨੋਲੋਜੀ ਵਾਲੇ ICs ਵੱਡੀ ਸਮਰੱਥਾ ਦੀ ਮੁੱਖ ਮੈਮਰੀ ਅਤੇ RAID ਸਪੋਰਟ ਨਾਲ ਹਾਰਡ ਡਿਸਕਾਂ ਵਰਤੀਆਂ ਜਾਂਦੀਆਂ ਹਨ। ਪੋਰਟੇਬਲ ਰੀਡ ਓਨਲੀ ਸਟੋਰੇਜ ਮੀਡੀਆ ਲਈ ਆਪਟੀਕਲ ਡਿਸਕਾਂ ਵਰਤੀਆਂ ਜਾਂਦੀਆਂ ਹਨ। ਆਪਟੀਕਲ ਡਿਸਕ ਮਤਲਬ CD ਤੇ DVD ਵਗੈਰਾ। ਨੋਟਬੁੱਕ ਮਤਲਬ ਲੈਪਟਾਪਸ। ਸ਼ਕਤੀਸ਼ਾਲੀ ਡੈਸਕਟਾਪਸ ਮਤਲਬ ਬਹੁਤ ਸਟਰੋਂਗ ਵੱਡੇ PCs। ਵਰਕਸਟੇਸ਼ਨਸ ਸ਼ਕਤੀਸ਼ਾਲੀ ਸਰਵਰ ਅਤੇ ਸੁਪਰ ਕੰਪਿਊਟਰ ਵਰਤੇ ਜਾਂਦੇ ਹਨ। ਸੁਪਰ ਕੰਪਿਊਟਰ ਹਨ ਬਹੁਤ ਵੱਡੀ ਕੰਪਿਊਟਰਾਂ ਦੀ ਇੱਕ ਇਕੱਠਾ ਜੁੜਿਆ ਹੋਇਆ ਨੈਟਵਰਕ ਹੁੰਦਾ ਹੈ ਜੋ ਕਿ ਵੱਡੇ ਡਿਸੀਜਨ ਲੈਂਦਾ ਹੈ, ਬਹੁਤ ਤੇਜ਼ ਹੁੰਦੇ ਹਨ। ਇੰਟਰਨੈਟ ਅਤੇ ਕਲਸਟਰ ਕੰਪਿਊਟਿੰਗ ਦੀ ਵਰਤੋਂ ਕੀਤੀ ਹੈ, ਮਤਲਬ ਇਸ ਨੂੰ ਇੱਕ ਦੂਜੇ ਨਾਲ ਜੁੜਿਆ ਹੁੰਦਾ ਹੈ ਤੇ ਇਕੱਠੇ ਇੱਕ ਡਿਸੀਜਨ ਲੈ ਸਕਦੇ ਹਨ। ਮਾਈਕਰੋ ਕਲਰ ਆਧਾਰਿਤ ਮਲਟੀ ਥ੍ਰੈਡਿੰਗ, ਡਿਸਟ੍ਰੀਬਿਊਟਡ OS, ਪੈਰਲਲ ਪ੍ਰੋਸੈਸਿੰਗ, ਲਾਇਬ੍ਰੇਰੀਆਂ ਜਿਵੇਂ ਕਿ MPI and PVM, ਜਾਵਾ, ਵਰਲਡ ਵਾਈਡ ਵੈਬ, ਇੰਟਰਨੈਟ, ਮਲਟੀਮੀਡੀਆ, ਇੰਟਰਨੈਟ ਸੁਵਿਧਾਵਾਂ ਅਤੇ ਹੋਰ ਗੁੰਝਲਦਾਰ ਸੁਪਰ ਕੰਪਿਊਟਰ ਐਪਲੀਕੇਸ਼ਨਾਂ ਵਰਤੀਆਂ ਜਾਂਦੀਆਂ ਹਨ। ਮਤਲਬ ਅੱਜ ਦੀ ਜਨਰੇਸ਼ਨ ਦੇ ਵਿੱਚ ਜਿਹੜੇ ਤੁਸੀਂ ਫੋਨ ਯੂਜ਼ ਕਰ ਰਹੇ ਹੋ ਉਹ ਇਸ ਦੀ ਇੱਕ ਐਗਜ਼ਾਮਪਲ ਹੈ। ਹੁਣ ਪੋਰਟੇਬਲ ਕੰਪਿਊਟਰ ਜੋ ਕਿ ਜ਼ਿਆਦਾ ਸ਼ਕਤੀਸ਼ਾਲੀ, ਸਸਤੇ, ਭਰੋਸੇਮੰਦ ਤੇ ਆਸਾਨੀ ਨਾਲ ਵਰਤੇ ਜਾਣੇ ਸ਼ੁਰੂ ਹੋ ਗਈ। ਜਲਦੀ ਜੁੜਨ ਵਾਲੇ ਹੌਟ ਪਲੱਗੇਬਲ ਮਤਲਬ ਇਹ ਕਿਸੇ ਨਾਲ ਵੀ ਆਟੋਮੈਟਿਕਲੀ ਤੁਸੀਂ ਵਾਇਰ ਕਨੈਕਟ ਕਰਕੇ ਜੋੜ ਸਕਦੇ ਹੋ। ਇਸ ਨੂੰ ਹੌਟ ਪਲੱਗੇਬਲ ਕਹਿੰਦੇ ਹਨ, ਜਲਦੀ ਜੁੜਨ ਵਾਲੇ। ਪੁਰਜ਼ਿਆਂ ਕਾਰਨ ਇਹਨਾਂ ਨੂੰ ਅਪ ਟਾਈਮ ਜ਼ਿਆਦਾ ਹੈ। ਠੀਕ, ਇਹਨਾਂ ਦੀ ਉਤਪਾਦਕਤਾ ਆਸਾਨ ਹੈ ਅਤੇ ਅਪਗ੍ਰੇਡ ਕਰਨਾ ਵੀ ਆਸਾਨ ਹੈ। ਰੈਪਿਡ ਸੌਫਟਵੇਅਰ ਡਿਵੈਲਪਮੈਂਟ ਮਤਲਬ ਸੌਫਟਵੇਅਰ ਬਹੁਤ ਤੇਜ਼ੀ ਨਾਲ ਇਸ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ। ਇਸ ਦੇ ਕੁਝ ਕੰਪਿਊਟਰਾਂ ਦਾ ਨਾਮ ਹੈ IBM ਨੋਟਬੁੱਕਸ, Pentium PCs, Sun Workstation, IBM SP2, Perm 10000। ਹੁਣ ਆਪਾਂ ਪੜ੍ਹਦੇ ਹਾਂ ਕੁਝ ਯਾਦ ਰੱਖਣ ਵਾਲੀਆਂ ਬਹੁਤ ਜ਼ਰੂਰੀ ਚੀਜ਼ਾਂ। ਮੈਮਰੀ ਉਹ ਜਗ੍ਹਾ ਹੁੰਦੀ ਹੈ ਜਿਸ ਵਿੱਚ ਕੰਪਿਊਟਰ ਡਾਟਾ ਮਤਲਬ ਆਪਣੀ ਇਨਫੋਰਮੇਸ਼ਨ ਜਿਸ ਉੱਤੇ ਕੰਮ ਕਰਨਾ ਹੁੰਦਾ ਹੈ ਉਸਨੂੰ ਲੋੜੀਂਦੀਆਂ ਹਦਾਇਤਾਂ ਨੂੰ ਸਟੋਰ ਕਰਕੇ ਰੱਖਣਾ, ਉਹ ਕੀ ਹੁੰਦੀ ਹੈ? ਮੈਮਰੀ। ਕੰਪਿਊਟਰ ਦੀ ਮੈਮਰੀ ਕੈਪੈਸਿਟੀ ਉਸ ਦੀ ਸਟੋਰੇਜ ਯੂਨਿਟ ਵਿੱਚ ਡਾਟਾ ਨੂੰ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ। ਕੈਸ਼ ਮੈਮਰੀ ਬਹੁਤ ਤੇਜ਼ ਰਫ਼ਤਾਰ ਸੈਮੀਕੰਡਕਟਰ ਮੈਮਰੀ ਹੁੰਦੀ ਹੈ ਜੋ ਕਿ CPU ਨੂੰ ਰਫ਼ਤਾਰ ਨੂੰ ਤੇਜ਼ ਕਰਦੀ ਹੈ। ਪ੍ਰਾਇਮਰੀ ਮੈਮਰੀ ਡਾਟਾ ਅਤੇ ਹਦਾਇਤਾਂ ਨੂੰ ਆਪਣੇ ਕੋਲ ਰੱਖਦੀ ਹੈ ਜਿਨ੍ਹਾਂ ਉੱਤੇ ਕੰਪਿਊਟਰ ਮੌਜੂਦਾ ਕੰਮ ਕਰਦੇ ਹਨ। RAM ਦਾ ਪੂਰਾ ਨਾਮ ਕੀ ਹੈ? ਰੈਂਡਮ ਐਕਸੈਸ ਮੈਮਰੀ। ROM ਦਾ ਕੀ ਨਾਮ ਹੈ? ਰੀਡ ਓਨਲੀ ਮੈਮਰੀ। ਡਿਸਕ ਦਾ ਤਲ ਪਦਾਰਥੀ ਸਾਂਝੇ ਕੇਂਦਰ ਬਿੰਦੂ ਵਾਲੇ ਚੱਕਰਾਂ ਵਿੱਚ ਵੰਡਿਆ ਹੁੰਦਾ ਹੈ ਜਿਨ੍ਹਾਂ ਨੂੰ ਟਰੈਕਸ ਕਹਿੰਦੇ ਹਨ। ਡਿਸਕ ਦਾ ਹਰੇਕ ਟਰੈਕ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ ਜਿਨ੍ਹਾਂ ਨੂੰ ਸੈਕਟਰ ਕਹਿੰਦੇ ਹਨ। ਕੰਪਿਊਟਰ ਟਰਮੀਨੋਲੋਜੀ ਵਿੱਚ ਜਨਰੇਸ਼ਨਸ ਤੋਂ ਭਾਵ ਹੈ ਹਾਰਡਵੇਅਰ ਅਤੇ ਸੌਫਟਵੇਅਰ ਟੈਕਨੋਲੋਜੀ ਦੋਹਾਂ ਵਿੱਚ ਬਦਲਾਅ ਹੋਣਾ। ਐਕਸਟਰਨਲ ਮੈਮਰੀ ਨੂੰ ਸੈਕੰਡਰੀ ਮੈਮਰੀ ਜਾਂ ਆਕਸਿਲਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਤੁਹਾਡਾ ਇਹ ਚੈਪਟਰ ਖਤਮ ਹੁੰਦਾ ਹੈ। ਇਸ ਨੂੰ ਪੜ੍ਹੋ ਅਤੇ ਇਹ ਤੁਹਾਡੀ ਡੇਲੀ ਲਾਈਫ ਦੇ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਹਨ। ਧੰਨਵਾਦ।